मालक गुरु रामदास पातशाह महाराज सोढ़ी सुल्तान सतगुरु जी दे इस पावन स्थान श्री हरमंदर साहब दरबार साहब की यात्रा करदियां अमृत सरोवर दे इशनान करदियां अपने लोक परलोक दे सुख दाते सतगुरु छतर चवर तखत दे मालक सतगुरु धन 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 श्री गुरु ग्रंथ साहिब पातशाह महाराज जी दे हजूर अपना जन्म सफला कीता है। नकमस्तक होए हो गुरु दियां परिक्रमा कीतियां ने, गुरु दे चरण परसे ने, अमृत बाणी दी वर्खा नाल अपने आप नूं सरशार करन दा यतन कीता है। हुण गुरुद्वारा दीवान अस्थान मंजी साहब की निजमत मर्यादा के अनुसार आपां सारे धन श्री गुरु ग्रंथ साहब महाराज जी दे हजूर हाजरियां भर रहे हाँ। समा है हरि दे मंदिर विचों पोथी परमेश्वर के थान विचों जो अज आवाजा आया है, जो पावन श्री मुख वाक धन श्री गुरु ग्रंथ साहब महाराज जी ने बख्शे है, उसकी विचारदा जो अज दे फरमान दा मूल पाठ है, वो रहाओ दे बंद तक आप जी ने सरवण किया है। तनासरी राग अंदर चौथे पातशाह गुरु रामदास महाराज ने कृपा की है और ये पावन श्री मुख वाक धन श्री गुरु ग्रंथ साहब महाराज जी दे 668 अंग ते सुशोभित है। अज बहुत महान पवित्र दिहाड़ा है। मीरी पीरी दे मालक दल पंजन सूरमे गुरु वड्डे जोधे पर उपकारी सतगुरु गुरु हरगोबिंद साहब महाराज जी दे साहिबजादे बाबा अटल राय जी का सचखंड प्याना दिवस भी है। सो इस इतिहास दियां बाबा जी दे पवित्र जीवन दे विचों जो सानू शिक्षावां मिलदियां ने, असीं उन्हां नूं भी अपनी झोली विच पाउणा है। पहला आपां लड़ीवार जो अज ये पावन श्री मुख वाक की कथा इसनूं संपूर्ण करिए, क्योंकि समा जो है वो पावन मुख वाक की विचारदा है। हाँ जी। सतनाम श्री वाहिगुरु साहिब जी। तनासरी महला चौथा। हर हर बूंद भय हर स्वामी, हम चात्रिक बिलल बिल लाती। राग तनासरी है। राग की अहमियत जिहड़ी है वो एक भांडे वर्गी है और ये असी चंगी तरह जानते हैं कि वस्तु की कीमत के नाल नाल भांडे की कीमत, भांडे का आकार, भांडे की शेप बदलती रहती है। और ये असी वेख्या है कि जिन्नी वस्तु कीमती होवे
ਉਨੀ ਭਾਂਡੇ ਦੀ ਸੰਭਾਲ ਵੱਧ ਜਾਂਦੀ ਹੈ। ਗੁਰੂ ਪਿਤਾ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਅਗਰ ਪਹਿਲੀ ਗੱਲ ਸਾਨੂੰ ਸਮਝ ਆ ਜਾਏ ਕਿ ਬਾਣੀ ਗੁਰੂ ਹੈ ਤੇ ਗੁਰੂ ਕੇਵਲ ਤੇ ਕੇਵਲ ਸਾਡਾ ਬਾਣੀ ਹੈ, ਫਿਰ ਅਗਲੀ ਗੱਲ ਸਮਝ ਆ ਜਾਏ ਕਿ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ, ਫਿਰ ਇਹ ਜਿਹੜਾ ਮਧਾਣੀ ਲੈ ਕੇ ਇਹ ਵੱਖਰੇ ਵੱਖਰੇ ਲੋਕਾਂ ਨੇ ਰੇੜਕਾ ਪਾ ਦਿੱਤਾ, ਇਹ ਉਦੋਂ ਹੀ ਖਤਮ ਹੋ ਜਾਏਗਾ। ਅੱਜ ਵੀ ਤੁਸੀਂ ਸੁਣਦੇ ਹੋਵੋਗੇ, ਭਾਈ ਸਾਹਿਬ ਜੀ ਕੋਈ ਸ਼ਬਦ ਦੱਸੋ, ਕੋਈ ਬਾਣੀ ਦੱਸੋ, ਪੁੱਛੋ ਵੀ ਪਹਿਲਾਂ ਕਿਹੜੀ ਪੜ੍ਹੀ ਹੈ। ਪੜ੍ਹੀ ਤੇ ਪਹਿਲਾਂ ਵੀ ਕੋਈ ਨਹੀਂ। ਅਸੀਂ ਬਾਣੀ ਦਾ ਵਪਾਰੀਕਰਨ ਕਰਨ ਪੈ ਗਏ, ਔਰ ਇਹਦੇ ਵਿੱਚ ਜਿਹੜੇ ਵਪਾਰੀ ਲੋਕ ਸੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਮੈਂ ਇੱਕ ਆਪ ਜੀ ਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਕਿ ਸਾਡੇ ਘਰਾਂ 'ਚ ਟੈਲੀਫੋਨ ਹੁੰਦਾ ਸੀ, ਆਵਾਜ਼ ਨਹੀਂ ਸੀ ਆਉਂਦੀ, 2-4 ਚਪੇੜਾਂ ਮਾਰੀ ਦੀਆਂ ਸੀ ਉਹਨੂੰ, ਡੱਬੇ ਨੂੰ, ਫਿਰ ਵੀ ਆਵਾਜ਼ ਨਾ ਆਉਣੀ ਤੇ ਫਿਰ 2-4 ਗਾਲੀਆਂ ਕੱਢੀ ਦੀਆਂ ਸੀ ਟੈਲੀਫੋਨ ਡਿਪਾਰਟਮੈਂਟ ਨੂੰ। ਪਰ ਕਦੇ ਮਾਰਕੀਟ ਤੋਂ ਜਾ ਕੇ 150 ਰੁਪਏ ਦਾ ਉਹ ਬਕਸਾ ਨਹੀਂ ਸੀ ਆਪਾਂ ਲਵਾਉਂਦੇ ਹੁੰਦੇ। ਪਰ ਹੁਣ MBA ਕਰਨ ਵਾਲੇ ਬੱਚਿਆਂ ਨੇ ਐਸੀ ਕਲਾ ਕਮਾਈ ਹੈ, ਤੁਸੀਂ ਨੋਟ ਕਰਿਓ ਕਿਸੇ ਬੰਦੇ ਦਾ ਟੈਲੀਫੋਨ ਦਾ ਬਿੱਲ ਓਨਾ ਨਹੀਂ ਹੈ ਜਿੰਨਾ ਉਹਦਾ ਇੰਸਟਰੂਮੈਂਟ ਦਾ ਬਿੱਲ ਹੈ। ਟੈਲੀਫੋਨ ਦਾ ਬਿੱਲ 1000 ਰੁਪਈਆ ਮਹੀਨਾ ਵੀ ਨਹੀਂ ਹੈ, ਪਰ ਜੇ ਟੈਲੀਫੋਨ ਦੇ ਇੰਸਟਰੂਮੈਂਟ ਦੀ ਗੱਲ ਕਰੀਏ ਤਾਂ ਲੱਖਾਂ ਦੇ ਵਿੱਚ ਹੈ। ਤੇ ਜੇ ਲੱਖਾਂ ਨੂੰ ਮਹੀਨਿਆਂ 'ਚ ਲੈ ਕੇ ਆਓਗੇ ਤੇ ਕਈ ਆਦਮੀ ਮੇਰੇ ਵਰਗੇ ਗਵਾ ਵੀ ਲੈਂਦੇ ਨੇ, ਤੋੜ ਵੀ ਲੈਂਦੇ ਨੇ, ਭਿਉਂ ਵੀ ਲੈਂਦੇ ਨੇ। ਉਹ 10,000 ਰੁਪਈਆ ਅੱਜ ਟੈਲੀਫੋਨ ਤੇ ਲਾਉਂਦੇ ਨੇ, ਕਾਲਾਂ ਤੇ ਨਹੀਂ ਲਾਉਂਦੇ। ਇੱਕ ਵੇਲਾ ਸੀ ਅਸੀਂ ਕਾਲਾਂ ਤੇ ਪੈਸੇ ਲਾਉਂਦੇ ਸੀ, ਡੱਬੇ ਤੇ ਨਹੀਂ ਸੀ ਲਾਉਂਦੇ। ਐਵੇਂ ਚਪੇੜਾਂ ਮਾਰੀ ਜਾਣੀਆਂ, ਨਾਲੇ ਕਹੀ ਜਾਣਾ ਰਿਸ਼ਤੇਦਾਰ ਨੂੰ, ਭਾਜੀ ਆਵਾਜ਼ ਨਹੀਂ ਆਉਂਦੀ। ਇਹ ਕੀ ਹੋਇਆ? ਇਹ ਵਪਾਰੀਕਰਨ ਹੋ ਗਿਆ। ਸਾਡੀ ਐਸੀ ਸੁਰਤੀ ਬਿਰਤੀ ਕਮਾਈ ਹੈ ਕਿ ਅਸੀਂ ਗੱਲਾਂ ਦੇ ਪੈਸੇ ਘੱਟ ਦਿੰਦੇ ਆ ਤੇ ਉਹ ਜਿਹੜਾ ਹੱਥ 'ਚ ਡੱਬਾ ਫੜਿਆ ਉਹਦੇ ਪੈਸੇ ਅਸੀਂ ਲੱਖਾਂ 'ਚ ਦੇਣ ਲੱਗ ਗਏ। ਇੱਦਾਂ ਹੀ ਸਾਡੇ ਨਾਲ ਹੋਈ ਹੈ। ਉਹ ਗੁਰਬਾਣੀ ਜਿਹੜੀ ਸਾਨੂੰ ਸੱਚੇ ਪਾਤਸ਼ਾਹ ਨੇ ਫ੍ਰੀ ਆਫ ਕਾਸਟ ਦਿੱਤੀ ਹੈ, ਬਾਣੀ ਦੀ ਕੋਈ ਕੀਮਤ ਨਹੀਂ ਹੈ, ਪਰ ਅੱਜ ਤੁਹਾਡੇ ਸਾਹਮਣੇ ਹੈ ਕਿ ਬਾਣੀ ਦਾ ਵਪਾਰੀਕਰਨ ਕਰ ਦਿੱਤਾ ਗਿਆ। ਔਰ ਉਹਨੇ, ਮੈਂ ਬਹੁਤੀ ਉਹਦੀ ਵਿਆਖਿਆ ਵਿੱਚ ਨਾ ਜਾਵਾਂ ਕਿਉਂਕਿ ਸਮੇਂ ਦੀ ਇੱਕ ਆਪਣੀ ਸੀਮਾ ਹੈ। ਮੈਂ ਫਿਰ ਬੇਨਤੀ ਕਰਾਂ, ਬਾਣੀ ਗੁਰੂ ਹੈ ਤੇ ਗੁਰੂ ਕੇਵਲ ਤੇ ਕੇਵਲ ਬਾਣੀ ਹੈ। ਇਹ ਗੱਲ ਮੈਂ ਨਹੀਂ ਕਹੀ, ਇਹ ਗੱਲ ਮੇਰੇ ਸਤਿਗੁਰੂ, ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖੀ। ਉਹਨਾਂ ਨੇ ਆਖਿਆ ਸੀ ਸ਼ਬਦ ਗੁਰੂ ਹੈ। ਜਦੋਂ ਸਾਰੀ ਆਪਾਂ ਸਿੱਖੀ ਦੀ ਪੜਚੋਲ ਕਰਾਂਗੇ ਤਾਂ ਤੁਹਾਨੂੰ ਇੱਕੋ ਹੀ ਗੱਲ ਸਮਝ ਆਵੇਗੀ ਕਿ ਅਗਰ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਕੋਈ ਬੇਸ਼ਕੀਮਤੀ ਚੀਜ਼ ਲੈ ਕੇ ਆਏ ਨੇ ਤਾਂ ਸਿਰਫ ਕੇਵਲ ਤੇ ਕੇਵਲ ਗੁਰਬਾਣੀ ਹੈ। ਵੇਖੋ, ਇਹ ਜਿਹੜੇ ਸ਼ਬਦ ਨੇ ਨਾ, ਇਹਨਾਂ ਸ਼ਬਦਾਂ ਦੀ ਸਾਨੂੰ ਰਿਜ਼ਰਵੇਸ਼ਨ ਲੈ ਕੇ ਆਉਣੀ ਚਾਹੀਦੀ ਹੈ ਕਿ ਕਿਹੜੀ ਗੱਲ ਕਿੱਥੇ ਕਹਿਣੀ ਹੈ। ਜਿਹਦਾ ਮਾਰਕੀਟ ਵਿੱਚ ਮੁੱਲ ਪੈ ਜਾਏ ਉਹ ਸ਼ਬਦ ਕਦੇ ਬੇਸ਼ਕੀਮਤੀ ਨਹੀਂ ਹੋ ਸਕਦਾ। ਜਿਹਦੀ ਤੁਸੀਂ ਖੁਦ ਕੀਮਤ ਦੱਸ ਰਹੇ ਹੋ ਵੀ ਇੰਨੇ ਕਰੋੜ ਲੱਗੇ ਜੀ, ਇੰਨੇ ਲੱਖ ਲੱਗੇ ਜੀ, ਇੰਨੇ ਹਜ਼ਾਰ ਲੱਗੇ ਜੀ, ਫਿਰ ਕਹਤਾ ਬੇਸ਼ਕੀਮਤੀ ਹੈ। ਕਿਵੇਂ ਬੇਸ਼ਕੀਮਤੀ ਹੋਈ ਬਈ? ਤੁਸੀਂ WhatsApp ਤੇ ਬਿੱਲ ਪਾ ਦਿੱਤਾ ਕਿ ਅਸੀਂ ਇੰਨੇ ਦੀ ਚੀਜ਼ ਭੇਟਾ ਕਰ ਰਹੇ ਹਾਂ ਤੇ ਥੱਲੇ ਲਿਖੀ ਜਾਂਦੇ ਬੇਸ਼ਕੀਮਤੀ ਹੈ। ਜਾਂ ਤੇ ਸਾਨੂੰ ਆਪ ਨੂੰ ਨਹੀਂ ਪਤਾ ਤੇ ਜਾਂ ਜਿਹੜੇ ਸਾਹਮਣੇ ਵਾਲੇ ਨੇ ਅਸੀਂ ਇਹ ਸਮਝਦੇ ਵੀ ਉਹਨਾਂ ਨੂੰ ਨਹੀਂ ਪਤਾ।
ਅਗਰ ਕੋਈ ਬੇਸ਼ਕੀਮਤੀ ਵਸਤੂ ਸੰਸਾਰ ਵਿੱਚ ਸਾਨੂੰ ਮਿਲੀ ਹੈ ਤਾਂ ਉਹ ਗੁਰਬਾਣੀ ਹੈ। ਔਰ ਇਹ ਗੁਰਬਾਣੀ ਗੁਰੂ ਨਾਨਕ ਸਾਹਿਬ ਲੈ ਕੇ ਆਏ ਸੀ। ਔਰ ਉਹਨਾਂ ਨੇ ਇਸ ਤੋਂ ਵੱਡੀ ਗੱਲ ਵੀ ਸਾਨੂੰ ਦੱਸੀ ਹੈ, ਉਹ ਕਿ ਭਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ। ਹੁਣ ਉੱਥੇ ਇਹ ਵੀ ਆਉਂਦਾ ਵੀ ਉਹ ਕਹਿੰਦੇ ਵੀ ਮੈਂ ਲਿਆਉਂਦਾ ਨਹੀਂ ਆ, ਆਉਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਨਹੀਂ ਸੀ, ਭੇਜੇ ਗਏ ਸਨ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪਰਮਾਤਮਾ ਨੇ ਉਹਨਾਂ ਨੂੰ ਘੱਲਿਆ ਸੀ ਤੇ ਉਹਨਾਂ ਦੇ ਰਾਹੀਂ ਫਿਰ ਬਾਣੀ ਘੱਲੀ ਉਹਨਾਂ ਨੇ। ਪੂਰਾ ਸਿੱਖ ਧਰਮ ਤੁਸੀਂ ਪੜ੍ਹ ਕੇ ਵੇਖ ਲਓ, ਸਾਰਾ ਧਰਮ ਇਸ ਗੱਲ ਤੇ ਆ ਕੇ ਰੁਕ ਗਿਆ ਹੈ ਕਿ ਬਾਣੀ ਉਚਾਰੀ ਜਾਂਦੀ ਰਹੀ, ਬਾਣੀ ਲਿਖੀ ਜਾਂਦੀ ਰਹੀ, ਬਾਣੀ ਸੰਭਾਲੀ ਜਾਂਦੀ ਰਹੀ। ਬਾਣੀ ਦੇ ਗ੍ਰੰਥ ਦੀ ਸੰਪਾਦਨਾ ਵਾਸਤੇ 43 ਸਾਲ ਜਿਨ੍ਹਾਂ ਦੀ ਉਮਰ ਹੈ ਗੁਰੂ ਅਰਜਨ ਸਾਹਿਬ, ਉਹਨਾਂ ਨੇ 4 ਸਾਲ ਆਪਣੇ ਜੀਵਨ ਦੇ ਇਸ ਸੇਵਾ ਤੇ ਲਾਏ। 4 ਸਾਲ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦੇ ਆ। ਕੋਈ ਉਦਾਹਰਨ ਦੇ ਦਿਓ ਕਿ ਕਦੇ 4 ਸਾਲਾਂ ਵਿੱਚ ਉਹ ਰਾਮਸਰ ਸਾਹਿਬ ਤੋਂ ਕਿਤੇ ਦੂਰ ਗਏ ਹੋਣ, ਈਵਨ ਆਪਣੇ ਘਰ ਵੀ ਗਏ ਹੋਣ, ਤਾਂ ਜਾਂ ਦਰਬਾਰ ਸਾਹਿਬ ਆਏ ਨੇ ਤੇ ਜਾਂ ਰਾਮਸਰ ਬੈਠ ਕੇ ਉਹਨਾਂ ਨੇ ਇਸ ਗ੍ਰੰਥ ਦੀ ਸੰਪਾਦਨਾ ਕਰਵਾਈ ਹੈ। ਇਹ ਕੀਮਤ ਦੱਸਦੀ ਹੈ ਗੁਰਬਾਣੀ ਦੀ। ਫਿਰ ਜਿਹੜਾ ਸਭ ਤੋਂ ਸੁੰਦਰ ਸਥਾਨ ਬਣਿਆ ਸ਼੍ਰੀ ਹਰਿਮੰਦਰ ਸਾਹਿਬ, ਅੱਜ ਵੀ ਜਦੋਂ ਤੁਸੀਂ ਆਉਂਦੇ ਹੋ ਤੁਹਾਡੇ ਮੁਖ ਤੋਂ ਇਹ ਗੁਰੂ ਕੇ ਬਚਨ ਆਪਣੇ ਆਪ ਨਿਕਲਦੇ ਨੇ ਕਿ ਡਿਠੈ ਸਭੇ ਥਾਵ ਨਹੀਂ ਤੁਧ ਜਿਹਿਆ। ਤੇ ਚਾਹੀਦਾ ਤੇ ਇਹ ਸੀਗਾ ਵੀ ਬਾਬਾ ਜੀ, ਬਾਬਾ ਬੁੱਢਾ ਜੀ ਇੱਥੇ ਤੇ ਅਸੀਂ ਬਵਾਂਗੇ, ਤੇ ਦੱਸੋ ਫਿਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲੀ ਮੰਜ਼ਿਲ ਤੇ ਕਰ ਦਈਏ। ਹੁਣ ਤੁਸੀਂ ਇਹ ਤੇ ਨਹੀਂ ਨਾ ਕਹਿ ਸਕਦੇ ਵੀ ਉਦੋਂ ਪਹਿਲੀ ਮੰਜ਼ਿਲ ਹੁੰਦੀ ਨਹੀਂ ਸੀ। ਜਿੱਥੇ ਹਰ ਕੀ ਪੌੜੀ ਦਾ ਪਾਠ ਚੱਲਦਾ ਹੈ ਕਿ ਇਸ ਗ੍ਰੰਥ ਦਾ ਪ੍ਰਕਾਸ਼ ਉੱਥੇ ਨਹੀਂ ਸੀ ਹੋ ਸਕਦਾ? ਹੋ ਸਕਦਾ ਸੀ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਥੱਲੇ ਤਾਂ ਅਸੀਂ ਬਵਾਂਗੇ, ਤੇ ਬਾਣੀ ਉੱਚੀ ਇਹਨੂੰ ਉੱਚੇ ਥਾਂ ਕਰ ਦਿਓ। ਜਿਵੇਂ ਅੱਜ ਤੁਸੀਂ ਵੇਖਿਆ ਹੀ ਹੈ, ਜਿੰਨੇ ਸੋ ਕਾਲਡ ਮਹਾਂਪੁਰਖ ਨੇ ਉਹ ਕਮਰੇ ਦਾ ਬੂਹਾ ਖੋਲ ਕੇ ਬੈਠੇ ਹੋਏ ਨੇ। ਤੇ ਜੇ ਪੁੱਛੋ ਗੁਰੂ ਗ੍ਰੰਥ ਸਾਹਿਬ, ਨਹੀਂ ਜੀ ਉਹਨਾਂ ਦੇ ਦਰਸ਼ਨ ਤਾਂ ਟਾਈਮ ਨਾਲ ਹੀ ਹੁੰਦੇ ਨੇ। ਵੀ ਤੁਹਾਡੇ ਟਾਈਮ ਨਾਲ ਕਿਉਂ ਨਹੀਂ ਹੁੰਦੇ? ਤੁਹਾਡੇ ਕੋਲ ਖੁੱਲੇ ਤੁਰੇ ਫਿਰਦੇ ਨੇ। ਬਾਬਾ ਜੀ ਨੂੰ ਮਿਲ ਲਓ, ਬਾਬਾ ਜੀ ਖੁੱਲੇ ਨੇ ਤੇ ਮਹਾਰਾਜ ਨਹੀਂ ਖੁੱਲੇ। ਇੱਥੋਂ ਸਮਝ ਆਉਂਦੀ ਹੈ ਕੀਮਤ ਦੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿੱਥੇ ਆਪ ਬੈਠਣਾ ਸੀ ਉੱਥੇ ਇਸ ਗ੍ਰੰਥ ਸਾਹਿਬ ਦਾ ਲਿਆ ਕੇ, ਜਿਹੜੀ ਮੰਜੀ ਸਾਹਿਬ ਸੀ, ਜਿਹੜਾ ਗ੍ਰੰਥ ਸਾਹਿਬ ਸੀ, ਉਹ ਲਿਆ ਕੇ ਉੱਥੇ ਸਥਾਪਿਤ ਕੀਤਾ। ਆਪਣੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਆਪਣੇ ਸੀਸ ਵਾਲਾ ਚਵਰ ਇਸ ਬਾਣੀ ਤੇ ਉੱਤੇ ਗ੍ਰੰਥ ਤੇ ਝੁਲਾਇਆ। ਆਪ ਵੱਖਰੇ ਹੋ ਕੇ ਬੈਠੇ। ਆਪਣੇ ਆਰਾਮ ਕਰਨ ਵਾਲੀ, ਆਪਣੇ ਸੌਣ ਵਾਲੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ। ਫਿਰ ਇਸ ਤੋਂ ਵੱਧ ਆਪਾਂ ਨੂੰ ਕਿਹੜੀ ਗੱਲ ਜਿਹੜੀ ਨਹੀਂ ਸਮਝ ਆਉਂਦੀ? ਫਿਰ ਦਮਦਮਾ ਸਾਹਿਬ ਇਸ ਬੀੜ ਨੂੰ ਸੰਪੂਰਨ ਕੀਤਾ। ਫਿਰ ਹਜੂਰ ਸਾਹਿਬ ਜਾ ਕੇ ਇਹਨੂੰ ਮੱਥਾ ਟੇਕਿਆ। ਸਾਰਾ ਧਰਮ ਹੀ ਗੁਰਬਾਣੀ ਤੇ ਘੁੰਮਦਾ। ਇਉਂ ਲੱਗਦਾ ਹੈ ਕਿ 10 ਗੁਰੂ ਸਾਹਿਬਾਨ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੱਸਣ ਆਏ, ਸਾਨੂੰ ਇਹਦੇ ਲੜ ਲਾਉਣ ਆਏ, ਸਾਨੂੰ ਇਸ ਬਾਣੀ ਦਾ ਜੋ ਪਵਿੱਤਰ ਇਹ ਜਿਹੜਾ ਬੇਸ਼ਕੀਮਤੀ ਮੁੱਲ ਹੈ ਸਾਨੂੰ ਇਹ ਦੱਸਣ ਆਏ ਔਰ ਇਹ ਸਮਝਾਉਣ ਆਏ, ਸਿਖਾ ਕਿਤੇ ਬਾਣੀ ਨਾ ਛੱਡ ਕੇ ਬਹਿ ਜਾਈਂ। ਤੇ ਅੱਜ ਉਹੀ ਬਾਣੀ ਦੇ ਲਈ ਸਿੱਖ ਪੁੱਛ ਰਿਹਾ, ਭਾਈ ਸਾਹਿਬ ਕਿਹੜਾ ਪਾਠ ਕਰੀਏ? ਤੇ ਮੈਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਆਹ ਕਰੋ। ਮੈਂ ਪੁੱਛਦਾ ਹੁੰਦਾ ਵੀ ਪਹਿਲਾਂ ਕਿਹੜਾ ਕੀਤਾ ਹੈ? ਨਹੀਂ, ਪਹਿਲਾਂ ਤੇ ਕੋਈ ਨਹੀਂ ਕੀਤਾ। ਵੀ ਕੋਈ ਪਹਿਲਾਂ ਕੀਤਾ, ਕੋਈ ਤੇਰਾ ਐਕਸਪੈਰੀਮੈਂਟ ਹੈਗਾ, ਕੋਈ ਤਜਰਬਾ ਹੈਗਾ ਕਿ ਜਪਜੀ ਸਾਹਿਬ ਕਰਦਾ ਸੀ ਜੀ, ਫੋੜੇ ਨਿਕਲਣ ਲੱਗ ਗਏ। ਸੁਖਮਨੀ ਸਾਹਿਬ ਕਰਦਾ ਸੀ ਜੀ, ਸਿਰ 'ਚ ਸਿਕਰੀ ਪੈ ਗਈ। ਤੇ ਹੁਣ ਦੱਸੋ ਕਿਹੜਾ ਕਰੀਏ? ਕੀਤਾ ਤੇ ਕੱਖ ਵੀ ਨਹੀਂ ਅਸੀਂ। ਪੜ੍ਹਿਆ ਤੇ ਜਪਜੀ ਸਾਹਿਬ ਵੀ ਨਹੀਂ ਹੈ, ਪੜ੍ਹੀ ਤੇ ਸੋਦਰ ਵੀ ਨਹੀਂ ਹੈ, ਪੜ੍ਹਿਆ ਤੇ ਸੌਣ ਲੱਗਿਆ ਸੋਹਿਲਾ ਵੀ ਨਹੀਂ ਹੈ, ਪੜ੍ਹਿਆ ਤੇ ਜਾਪ ਸਾਹਿਬ ਵੀ ਨਹੀਂ ਹੈ, ਪੜ੍ਹੀ ਤਾਂ ਚੌਪਈ ਵੀ ਨਹੀਂ ਹੈ, ਪੜ੍ਹਿਆ ਤੇ ਆਨੰਦ ਸਾਹਿਬ ਵੀ ਨਹੀਂ ਹੈ। ਤੇ ਫਿਰ ਦੱਸੋ ਆਪਾਂ ਇੰਨੀ ਗਰੀਬੀ, ਅੱਜ ਸਾਡੀ ਗਰੀਬੀ ਜਿਹੜੀ ਹੈ ਨਾ ਉਹ ਗੁਰਬਾਣੀ ਵੱਲੋਂ ਹੈ, ਅਮੀਰੀ ਪੈਸੇ ਵੱਲੋਂ ਹੈ। ਔਰ ਪੈਸੇ ਵਾਲੀ ਅਮੀਰੀ ਨੂੰ ਅਸੀਂ ਅੱਜ
ਵਡਿਆਉਣਾ ਸ਼ੁਰੂ ਕਰ ਦਿੱਤਾ ਹੈ। ਸੋ ਮੈਂ ਬੇਨਤੀ ਕਰਾਂ, ਬਾਣੀ ਗੁਰੂ ਹੈ, ਕੇਵਲ ਗੁਰੂ ਹੀ ਬਾਣੀ ਹੈ। ਔਰ ਇਹ ਚੇਤਾ ਰੱਖਣਾ, ਸਾਰੀ ਬਾਣੀ ਵਿੱਚ ਅੰਮ੍ਰਿਤ ਹੈ। ਕੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਐਸਾ ਨਹੀਂ ਜਿਹਦਾ ਪੁੰਨ ਫਲ ਘੱਟ ਹੋਵੇ, ਕਿ ਇਹ ਪੜੋਗੇ ਇਹਦਾ ਪੁੰਨ ਫਲ ਘੱਟ ਹੈ ਜੀ, ਇਹਦਾ ਪੜੋਗੇ ਪੁੰਨ ਫਲ ਘੱਟ ਹੈ ਜੀ, ਇਹ ਪੜੋਗੇ ਇਹਦਾ ਪੁੰਨ ਫਲ ਜ਼ਿਆਦਾ ਹੈ ਜੀ। ਜਿਹੜਾ ਵਿਅਕਤੀ ਇਹ ਗੱਲਾਂ ਕਰਦਾ ਹੈ ਉਹ ਠੀਕ ਨਹੀਂ ਕਰਦਾ। ਸਾਰੀ ਬਾਣੀ ਗੁਰੂ ਹੈ। ਜਿੱਦਣ ਸਾਨੂੰ ਇਹ ਗੱਲ ਸਮਝ ਆ ਗਈ, ਉਸ ਤੋਂ ਬਾਅਦ ਸਾਡੇ ਜੀਵਨ ਦੀ ਟਿਊਨਿੰਗ ਠੀਕ ਹੋਏਗੀ, ਡਾਇਰੈਕਸ਼ਨ ਠੀਕ ਹੋਏਗੀ। ਇਹ ਚੇਤਾ ਰੱਖਣਾ। ਵੇਖੋ, ਸਾਡੀ ਗਲਤੀ ਸਿਰਫ ਇੰਨੀ ਹੈ ਕਿ ਕੁਝ ਨਸ਼ੇ ਦੇ ਆਦੀ ਆਦਮੀ ਬੇੜੀ ਵਿੱਚ ਬਹਿ ਗਏ ਤੇ ਸਾਰੀ ਰਾਤ ਹੀ ਚੱਪੂ ਮਾਰਦੇ ਰਹੇ, ਤੇ ਜਦੋਂ ਸਵੇਰ ਹੋਈ ਇੱਕ ਦੂਜੇ ਨੂੰ ਪੁੱਛਦੇ ਕਿੱਥੇ ਪਹੁੰਚੇ, ਉਹ ਕਹਿੰਦੇ ਕਿਤੇ ਵੀ ਨਹੀਂ। ਕਹਿੰਦੇ ਕਿਉਂ? ਕਹਿੰਦੇ ਯਾਰ ਉਹ ਜਿਹੜੇ ਰੱਸਾ ਸੀ ਬੇੜੀ ਵਾਲਾ ਉਹ ਤੇ ਖੋਲ੍ਹਿਆ ਹੀ ਨਹੀਂ। ਜਿਹੜੇ ਕਿੱਲੇ ਨਾਲ ਬੇੜੀ ਬੱਧੀ ਸੀ, ਜਿਹੜੇ ਕੁੰਡੇ ਨਾਲ ਬੱਧੀ ਸੀ, ਉਹ ਰੱਸਾ ਤੇ ਖੋਲ੍ਹਿਆ ਹੀ ਨਹੀਂ। ਅਸੀਂ ਜਿਹੜੇ ਬਾਣੀ ਪੜ੍ਹਦੇ ਵੀ ਹਾਂ, ਜਿਹੜੇ ਧਰਮ ਕਰਮ ਕਰਦੇ ਵੀ ਹਾਂ, ਸਾਡੀ ਡਾਇਰੈਕਸ਼ਨ ਠੀਕ ਨਹੀਂ ਹੈ। ਤੁਸੀਂ ਅੱਜ ਕੱਲ੍ਹ ਮੋਟਰਾਂ ਗੱਡੀਆਂ ਚਲਾਉਂਦੇ ਹੋ, ਜੇ ਗੱਡੀ ਦੀ ਟਿਊਨਿੰਗ ਅੱਗੇ ਪਿੱਛੇ ਹੋ ਜੇ, ਗੱਡੀ ਸਟਾਰਟ ਹੀ ਨਹੀਂ ਹੁੰਦੀ। ਨਵੀਂ ਬੈਟਰੀ ਕੀ ਕਰੇਗੀ ਤੇ ਬਾਕੀ ਸਾਰਾ ਕੁਝ ਨਵਾਂ ਕੀ ਕਰੇਗਾ। ਸਭ ਤੋਂ ਪਹਿਲੀ ਲੋੜ ਹੈ ਕਿ ਅਸੀਂ ਇਕਾਗਰ ਚੀਤ ਹੋਈਏ, ਸਾਵਧਾਨ ਹੋਈਏ, ਅਸੀਂ ਗੁਰਮੁਖ ਬਣੀਏ, ਗੁਰੂ ਵਾਲੇ ਪਾਸੇ ਮੁੱਖ ਕਰੀਏ, ਔਰ ਅਸੀਂ ਆਪਣੇ ਜੀਵਨ ਵਿੱਚ ਇੱਕ ਗੱਲ ਦ੍ਰਿੜ ਕਰ ਲਈਏ ਕਿ ਮੈਨੂੰ ਜੋ ਕੁਝ ਮਿਲਣਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣਾ ਹੈ। ਬਾਬਾ ਨੰਦ ਸਿੰਘ ਜੀ ਇਹੀ ਗੱਲ ਕਹਿੰਦੇ ਰਹੇ ਕਿ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ, ਸੰਸਾਰ ਦੇ ਲੋਕੋ ਦੀ ਕਿਤੇੋਂ ਨਹੀਂ ਪੈਣੀ। ਕੋਈ ਹੈ ਦੁਨੀਆ ਵਿੱਚ ਜਿਹਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੁਝ ਪਾ ਲਿਆ ਹੋਵੇ? ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਪਾਇਆ ਹੈ, ਉਹ ਵੀ ਸਾਨੂੰ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨਹੀਂ ਜਾਣ ਦਿੱਤਾ। ਉਹਨਾਂ ਨੇ ਉਹ ਵੀ ਸਾਨੂੰ ਆਪਣੇ ਨਾਲ ਲੈ ਕੇ ਤੁਰਨ ਲੱਗ ਪਏ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਰਾਗ ਧਨਾਸਰੀ ਹੈ ਤੇ ਮਹੱਲਾ ਸਰੀਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ, ਜਿੱਥੋਂ ਇਸ ਬਾਣੀ ਦਾ ਉਚਾਰਨ ਹੋਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਅੰਗ ਤੇ ਸੁਸ਼ੋਭਿਤ ਹੈ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤਰਕ ਬਿਲ ਲਾਤੀ। ਐ ਪ੍ਰਮਾਤਮਾ, ਮੇਰੇ ਵਾਸਤੇ ਤੂੰ ਇੱਕ ਸਵੰਤੀ ਬੂੰਦ ਹੈ, ਤੇ ਇਸ ਸਵੰਤੀ ਬੂੰਦ ਵਾਸਤੇ ਮੈਂ ਦਿਨ ਰਾਤ ਤੜਫਦਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤਰਕ। ਚਾਤਰਕ ਦਾ ਅਰਥ ਬਬੀਹਾ ਕਰ ਲਓ, ਪਪੀਹਾ ਕਰ ਲਓ, ਚਾਤਰਕ ਕਰ ਲਓ, ਕਿ ਇਹਦੇ ਵਾਸਤੇ ਮੈਂ ਦਿਨ ਰਾਤ ਤੜਫਦਾ। ਬਿਲ ਲਾਤੀ ਤੋਂ ਅਰਥ ਹੈ ਤੜਫਣਾ, ਉਹਦੇ ਪ੍ਰਾਪਤੀ ਵਾਸਤੇ ਦਿਨ ਰਾਤ ਆਪਣੇ ਅੰਦਰ ਇੱਛਾ ਨੂੰ ਪ੍ਰਗਟ ਕਰਨਾ। ਹਾਂਜੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ। ਸਤਿਗੁਰੂ, ਹੇ ਹਰੀ, ਮੇਰੇ ਤੇ ਕਿਰਪਾ ਕਰੋ, ਇਹ ਸਵੰਤੀ ਬੂੰਦ ਮੇਰੇ ਮੁਖ ਵਿੱਚ ਦੇ ਦਿਓ। ਕਿੰਨੇ ਸਮੇਂ ਲਈ? ਇੱਕ ਨਿਮਕ ਮਾਤਰ, ਜਿੰਨਾ ਸਮਾਂ ਅੱਖ ਚਮਕਣ ਤੇ ਲੱਗਦਾ ਹੈ। ਜਿਹੜੀ ਪੁਰਾਣੀ ਟਾਈਮ ਦੀ ਜਿਹੜੀ ਕੈਲਕੂਲੇਸ਼ਨ ਹੈ, ਉਹ ਮਿੰਟਾਂ ਸਕਿੰਟਾਂ 'ਚ ਨਹੀਂ ਸੀ ਹੁੰਦੀ। ਉਹ ਨਿਮਖਾਂ ਵਿੱਚ ਸੀ, ਪੱਲਿਆਂ ਵਿੱਚ ਸੀ, ਚਸਿਆਂ ਵਿੱਚ ਸੀ, ਘੜੀਆਂ ਵਿੱਚ ਸੀ, ਪੈਰਾਂ ਵਿੱਚ ਸੀ। ਤੋ ਨਿਮਕ ਮਾਤਰ ਸਮੇਂ ਤੋਂ ਅਰਥ ਹੈ ਅੱਖ ਚਮਕਣ ਜਿੰਨਾ ਸਮਾਂ। ਇੰਨੇ ਸਮੇਂ ਵਾਸਤੇ ਹੀ ਇਹ ਜਿਹੜੀ ਨਾਮ ਰੂਪੀ ਬੂੰਦ ਹੈ, ਦਾਤਾ ਤੂੰ ਮੇਰੇ ਮੁਖ ਵਿੱਚ ਪਾ ਦੇ। ਮੈਂ ਬਬੀਹੇ ਦੀ ਨੁਮਾ, ਬਬੀਹਾ ਪ੍ਰਯੋ ਕਰੇ। ਦਿਨ ਰਾਤ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ, ਜਿਹੜਾ ਅਸੀਂ ਸਿਮਰਨ ਕਰਨਾ ਹੈ, ਇਹ ਉਸ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਵਾਸਤੇ ਹੈ ਕਿ ਸਾਨੂੰ ਉਹਦੀ ਪ੍ਰਾਪਤੀ ਹੋ ਜਾਏ। ਹਾਂਜੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਨਹੀਂ, ਮੈਂ ਇੱਕ ਰਾਤ ਵੀ ਆਪਣੇ ਜੀਵਨ ਦੀ ਇਸ ਸਵੰਤੀ ਬੂੰਦ ਤੋਂ ਬਿਨਾ, ਤੇਰੀ ਨਾਮ ਬੂੰਦ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ। ਹਾਂਜੀ। ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ,
ਤਿਉ ਹਰ ਬਿਨ ਹਮ ਮਰ ਜਾਤੀ। ਜਿਵੇਂ ਇੱਕ ਅਮਲੀ ਅਮਲ ਤੋਂ ਬਿਨਾਂ ਤੜਫਦਾ ਹੈ। ਹੁਣ ਵੇਖੋ ਹਰ ਤਸ਼ਬੀਹ ਸਤਿਗੁਰੂ ਨੇ ਸਾਨੂੰ ਦਿੱਤੀ ਹੈ। ਜਿਵੇਂ ਇੱਕ ਕੋਈ ਨਸ਼ੇ ਦਾ ਆਦੀ ਮਨੁੱਖ ਤੜਫ ਉੱਠਦਾ ਹੈ ਜੇ ਉਹਨੂੰ ਨਸ਼ਾ ਨਾ ਪ੍ਰਾਪਤ ਹੋਵੇ, ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਤਿਉ ਹਰ ਬਿਨ ਹਮ ਮਰ ਜਾਤੀ। ਕਹਿਣ ਲੱਗੇ ਇਦਾਂ ਦੀ ਮੇਰੀ ਹਾਲਤ ਹੁੰਦੀ ਹੈ। ਕਦੇ ਅਮਲੀ ਤੜਫਦਾ ਵੇਖਿਆ ਤੁਸੀਂ? ਤੇ ਜੇ ਕਹੋ ਜੀ ਵੇਖਿਆ ਤੇ ਪੁੱਛੋ ਵੀ ਕਦੇ ਤੁਸੀਂ ਵੀ ਗੁਰਦੁਆਰੇ ਤੋਂ ਬਿਨਾਂ ਇਦਾਂ ਤੜਫੇ ਹੋ? ਪਾਠ ਕੀਤੇ ਤੋਂ ਬਿਨਾਂ ਤੜਫੇ ਹੋ? ਕੀਰਤਨ ਸੁਣੇ ਤੋਂ ਬਿਨਾਂ ਤੜਫੇ ਹੋ? ਕਦੇ ਗੁਰੂ ਕੀ ਬਾਣੀ ਦਾ ਜਾਪ ਕਰਨ ਤੋਂ ਬਿਨਾਂ ਤੜਫੇ ਹੋ? ਕਿ ਤੁਸੀਂ ਮੰਜੀ ਤੇ ਬੰਦਾ ਉਛਲਦਾ ਵੇਖਿਆ? ਮੰਜੀ ਤੋਂ ਭੁੰਜੇ ਡਿੱਗਦਾ ਵੇਖਿਆ? ਵੱਟ ਖਾਂਦਾ ਵੇਖਿਆ ਸਰੀਰ? ਕਦੇ ਮਰੋੜੇ ਖਾਂਦਾ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿਸੇ ਅਮਲੀ ਨੂੰ ਵੇਖੋ ਪਹਿਲਾਂ। ਜਿਵੇਂ ਸਤਿਗੁਰੂ ਦੀ ਬਾਣੀ 'ਚ ਬਾਰ-ਬਾਰ ਆਉਂਦੇ ਨੇ, ਕਹਿੰਦੇ ਜਾਓ ਸੁਹਾਗਣ ਨੂੰ ਪੁੱਛੋ ਜਾ ਕੇ, ਪਤੀ ਬ੍ਰਤ ਧਰਮ ਕਮਾਉਣ ਵਾਲੀ ਕਿਸੇ ਭੈਣ ਨੂੰ ਮਿਲੋ, ਉਸ ਤੋਂ ਬਾਅਦ ਤੁਹਾਨੂੰ ਸਮਝ ਆਏਗੀ ਕਿ ਪਤੀ ਪਰਮੇਸ਼ਰ ਦੇ ਨਾਲ ਰਿਸ਼ਤਾ ਕਿਵੇਂ ਬਣਾਈਦਾ ਹੈ। ਪਰ ਸਾਡੀ ਸੋਚ ਹੀ ਨਹੀਂ ਹੈ। ਅਸ ਤੇ ਉਹ ਅਸ਼ਟਾ ਬਕਰ ਵਾਲੀ ਗੱਲ ਹੋ ਗਈ ਹੈ ਕਿ ਅਸੀਂ ਤੇ ਚਮੜੇ ਦੇ ਵਪਾਰੀ ਹਾਂ। ਜਿਹੜੀਆਂ ਤਸ਼ਬੀਹਾਂ, ਜਿਹੜੀਆਂ ਉਦਾਹਰਨਾਂ, ਜਿਹੜੀਆਂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆਵਾਂ ਦਿੱਤੀਆਂ ਨੇ, ਉਹਨਾਂ ਤੋਂ ਅਸੀਂ ਕੀ ਸਮਝਣ ਦਾ ਯਤਨ ਕੀਤਾ? ਕੁਝ ਵੀ ਨਹੀਂ। ਅੱਜ ਅਮਲੀ ਦੇ ਨਾਂ 'ਤੇ, ਅਮਲ ਦੇ ਨਾਂ 'ਤੇ, ਨਸ਼ੇ ਦੇ ਨਾਂ 'ਤੇ, ਡਰੱਗ ਦੇ ਨਾਂ 'ਤੇ ਜਿੰਨੀਆਂ ਮਰਜ਼ੀ ਸਾਡੇ ਕੋਲੋਂ ਤਕਰੀਰਾਂ ਸੁਣ ਲਓ, ਪਰ ਉਹਦੇ ਵਿੱਚੋਂ ਵੀ ਸਤਿਗੁਰੂ ਨੇ ਇੱਕ ਗੁਣ ਦੱਸਿਆ ਹੈ। ਕਹਿੰਦੇ ਕਦੇ ਇਸ ਅਮਲੀ ਵਾਂਗੂ ਕਦੇ ਤੂੰ ਆਪਣੇ ਗੁਰੂ ਲਈ ਤੜਫਿਆ, ਬਾਣੀ ਲਈ ਤੜਫਿਆ, ਕਦੇ ਨਾਮ ਸਿਮਰਨ ਲਈ ਤੜਫਿਆ? ਕਦੇ ਤੈਨੂੰ ਲੱਗਿਆ ਵੀ ਅੱਜ ਮੇਰਾ ਕੁਝ ਰਹਿ ਗਿਆ, ਅੱਜ ਮੈਨੂੰ ਕੋਈ ਚੀਜ਼ ਨਹੀਂ ਪ੍ਰਾਪਤ ਹੋਈ, ਮੇਰਾ ਸਮਾਂ ਖੁੰਝ ਗਿਆ? ਅਮਲੀ ਦਾ ਟਾਈਮ ਹੁੰਦਾ ਹੈ, ਉਹਦਾ ਸਮਾਂ ਖੁੰਝ ਜਾਂਦਾ ਹੈ ਤਾਂ ਉਹ ਫਿਰ ਤੜਫਣਾ ਸ਼ੁਰੂ ਕਰ ਦਿੰਦਾ ਹੈ। ਗੁਰੂ ਰਾਮਦਾਸ ਮਹਾਰਾਜ ਪਿਤਾ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਪਰਮਾਤਮਾ ਮੈਂ ਤੇਰੇ ਤੋਂ ਬਿਨਾਂ ਇੱਕ ਰਾਤ ਵੀ ਨਹੀਂ ਰਹਿ ਸਕਦਾ। ਹਾਂਜੀ। ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ। ਤੂੰ ਸਰੋਵਰ ਹੈ, ਤੂੰ ਅਥਾ ਡੂੰਘਾ ਹੈ, ਹਮ ਲੈ ਨਾ ਸਕੈ ਅੰਤ ਮਾਤੀ। ਮਾਤੀ ਤੋਂ ਇੱਥੇ ਭਾਵ ਹੈ ਮਾਤਰ, ਇੱਕ ਛਿਣ ਮਾਤਰ, ਇੱਕ ਖਿਣ ਮਾਤਰ। ਅਸੀਂ ਇੱਕ ਮਾਤਰ ਛੋਟਾ ਜਿਹਾ ਵੀ ਅੰਤ ਤੇਰਾ ਨਹੀਂ ਪਾ ਸਕਦੇ। ਤੂੰ ਸਰੋਵਰ ਹੈ, ਤੂੰ ਅਤ ਡੂੰਘਾ ਹੈ, ਤੂੰ ਗਹਿਰ ਗੰਭੀਰ ਹੈ। ਹਾਂਜੀ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨੋ ਆਪਨ ਗਾਤੀ। ਤੂੰ ਪਰੇ ਤੋਂ ਪਰੇ ਹੈ, ਤੇਰਾ ਅੰਤ ਕੋਈ ਨਹੀਂ ਹੈ, ਤੇਰਾ ਪਾਰਾਵਾਰ ਨਹੀਂ ਕਿਸੇ ਨੇ ਪਾਇਆ। ਤੂੰ ਅਪਰੰਪਰ ਹੈ, ਤੂੰ ਸੁਆਮੀ ਹੈ, ਤੂੰ ਸਾਰੇ ਸੰਸਾਰ ਦਾ ਮਾਲਕ ਹੈ। ਆਪਣੀ ਮਿੱਤ ਤੂੰ ਆਪ ਜਾਣਦਾ ਹੈ, ਆਪਣੀ ਗਤ ਵੀ ਤੂੰ ਆਪ ਜਾਣਦਾ ਹੈ। ਤੂੰ ਕਿੰਨਾ ਵੱਡਾ ਹੈ, ਤੂੰ ਕਿੰਨਾ ਡੂੰਘਾ ਹੈ, ਤੇਰਾ ਕਿੱਡਾ ਵੱਡਾ ਪਸਾਰਾ ਹੈ, ਕੋਈ ਨਾ ਜਾਣੇ। ਤੇਰਾ ਕੀਤਾ ਕੇਵਡ ਚੀਰਾ, ਕੋਈ ਨਹੀਂ ਜਾਣਦਾ। ਪਰਮਾਤਮਾ ਤੇਰੇ ਪਸਾਰੇ ਨੂੰ ਕਿਸੇ, ਤੇਰੇ ਪਸਾਰੇ ਦਾ ਕਿਸੇ ਨੂੰ ਨਹੀਂ ਪਤਾ। ਕੋਈ ਐਡਾ ਵੱਡਾ ਹੋਵੇ ਤੇ ਜਾਣੇ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਹਾਂਜੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂਲੇ ਰਾਤੀ। ਜਿਹੜੇ ਰੱਬ ਦੇ ਸੰਤ ਬਣੇ, ਭਗਤ ਬਣੇ, ਜਿਨ੍ਹਾਂ ਨੇ ਰੱਬ ਨੂੰ ਸਿਮਰਿਆ, ਉਹਨਾਂ ਦੇ ਜੀਵਨ ਦੀ ਹਾਲਤ ਹੈ ਕਿ ਰੰਗ ਚਲੂਲੇ ਰਾਤੀ। ਉਹ ਰੱਬ ਦੇ ਗੂੜੇ ਰੰਗ ਵਿੱਚ ਰੰਗੇ ਗਏ। ਅੱਜ ਤੁਹਾਨੂੰ ਕਲਫ ਦਾ ਰੰਗ ਮਿਲੇਗਾ, ਭਾਵੇਂ ਭੈਣ ਹੋਵੇ ਭਾਵੇਂ ਵੀਰ ਹੋਵੇ। ਹਰ ਐਤਵਾਰ ਕਲਫ ਦਾ ਰੰਗ ਤੇ ਚੜ੍ਹਦਾ ਤੁਸੀਂ ਵੇਖਿਆ ਹੋਏਗਾ, ਨਾਮ ਦਾ ਰੰਗ ਚੜ੍ਹਦਾ ਨਹੀਂ ਵੇਖਿਆ, ਜਾਂ ਗੁੱਸੇ ਦਾ ਰੰਗ ਚੜ੍ਹਦਾ ਵੇਖਿਆ ਹੋਏਗਾ। ਕਈ ਮੇਰੇ ਵਰਗੇ ਉੱਦਾਂ ਹੀ ਲਾਲ ਪੀਲੇ ਹੋਏ ਰਹਿੰਦੇ ਨੇ,
ਪਰ ਕੋਈ ਐਸੀ ਰੂਹ ਜਿਹੜੀ ਜਿਹਦਾ ਚਿਹਰਾ ਦਗਦਗ ਕਰਦਾ ਹੋਵੇ, ਜਿਹਨੂੰ ਨਾਮ ਦਾ ਰੰਗ ਚੜਿਆ ਹੋਵੇ, ਜਿਹਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਹੋਵੇ, ਨਾਮ ਜਪੰਦੜੀ ਲਾਲੀ। ਕੋਈ ਹੈ ਐਸੀ ਰੂਹ, ਕੋਈ ਬਖਸ਼ੀ ਰੂਹ ਜਿਹੜੀ ਸਾਨੂੰ ਕੋਈ ਮਿਲੇ? ਹਾਂਜੀ। ਹਰ ਹਰ ਭਗਤ ਬਣੀਆਤ ਸੋਭਾ, ਹਰ ਜਪਿਓ ਊਤਮ ਪਾਤੀ। ਹਰੀ ਪਰਮਾਤਮਾ ਦੀ ਭਗਤੀ ਹੀ ਸਭ ਤੋਂ ਵੱਡੀ ਅਤ ਸ਼ੋਭਾ, ਉੱਤਮ ਤੋਂ ਉੱਤਮ ਸ਼ੋਭਾ ਹੈ। ਹਰ ਜਪਿਓ ਊਤਮ ਪਾਤੀ, ਤੇ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਪਤ ਉੱਤਮ ਹੋ ਗਈ, ਉਹ ਸ੍ਰੇਸ਼ਟ ਹੋ ਗਏ, ਉਹ ਸ਼੍ਰੋਮਣੀ ਹੋ ਗਏ, ਸਭ ਤੋਂ ਵੱਡੇ ਹੋ ਗਏ, ਸਭ ਤੋਂ ਚੰਗੇ ਹੋ ਗਏ। ਉਹੀ ਪਤਵੰਤੇ ਆਖੇ ਜਾਂਦੇ ਨੇ। ਅੱਜ ਤੇ ਸ਼ਬਦ ਹੀ ਇਹ ਲੱਗਦਾ ਜਿੱਦਾਂ ਨਾ ਅਸੀਂ ਸਭ ਕੁਝ ਗਵਾ ਲਿਆ। ਉਦੋਂ ਮਹਾਰਾਜ ਦੀ ਹਜ਼ੂਰੀ 'ਚ ਕਹੀ ਜਾਂਦੇ ਜੀ ਪਤਵੰਤੇ ਨੇ ਜੀ। ਪਤਵੰਤਾ ਕਿਹਨੂੰ ਕਹਿੰਦੇ ਨੇ? ਕੌਣ ਹੈ ਧਨਵੰਤ, ਕੁਲਵੰਤ, ਪਤਵੰਤ? ਅੱਗੇ ਸ਼ਬਦ ਆਏਗਾ ਜਿਸ ਹਿਰਦੈ ਭਗਵੰਤ, ਜਿਹਦੇ ਹਿਰਦੇ ਵਿੱਚ ਰੱਬ ਹੈ। ਅਸੀਂ ਪਤਵੰਤੇ ਸਿਰਫ ਦੁਨੀਆ ਦੀ, ਉਹਨਾਂ ਦੇ ਪੈਸੇ ਵੇਖਦੇ ਆ, ਉਹਨਾਂ ਦੀਆਂ ਪਦਵੀਆਂ ਵੇਖਦੇ ਆ, ਉਹਨਾਂ ਦਾ ਰੋਬ ਦਾ ਵੇਖ ਕੇ ਗੱਲਾਂ ਕਰੀ ਜਾਂਦੇ। ਅਸੀਂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਜਦੋਂ ਗੱਲ ਕਰੋ, ਜਦੋਂ ਇਸ ਦਰ ਤੇ ਆ ਕੇ ਗੱਲ ਕਰੋ, ਜਦੋਂ ਗੁਰੂ ਦੇ ਹਜ਼ੂਰ ਖਲੋ ਕੇ ਗੱਲ ਕਰੋ, ਉੱਥੇ ਸਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਕੁਲਵੰਤ, ਪਤਵੰਤ, ਧਨਵੰਤ, ਇਹ ਸਾਰੀਆਂ ਬਖਸ਼ਿਸ਼ਾਂ ਸਿਰਫ ਉਹਨੂੰ ਹੈ ਜਿਹਦੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਜਿੱਥੇ ਰੱਬ ਆਪ ਟਿਕਿਆ, ਉਹਨਾਂ ਦੀ ਜਿਨ ਹਰ ਜਪਿਓ ਊਤਮ ਪਾਤੀ, ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ, ਭਗਤੀ ਕੀਤੀ ਹੈ। ਹਾਂਜੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ। ਉਹ ਠਾਕੁਰ ਮਾਲਕ ਵੀ ਆਪ ਹੈ, ਉਹ ਸੇਵਕ ਨੌਕਰ ਸਿੱਖ ਵੀ ਆਪ ਹੈ, ਗੁਰੂ ਵੀ ਆਪ ਹੈ। ਉਹ ਆਪ ਹੀ ਭਾਂਤ ਬਣਾਉਂਦਾ ਹੈ। ਕੋਈ ਵੀ ਜਿਹੜਾ ਤਰੀਕਾ ਹੈ, ਵਿਉਂਤ ਹੈ, ਹਰ ਬਨਾਵਟ ਬਣਾਉਣ ਵਾਲਾ ਰੱਬ ਆਪ ਹੈ। ਸਾਰੇ ਸੰਜੋਗ ਉਹ ਆਪ ਬਣਾਉਂਦਾ ਹੈ। ਆਪੇ ਗੁਰੂ ਹੈ, ਆਪੇ ਸਿੱਖ ਹੈ, ਤੇ ਆਪ ਹੀ ਉਹ ਨਾਮ ਜਪਣ ਦੀ ਉਹ ਇਹ ਸੰਜੋਗ, ਵਿਉਂਤ, ਇਹ ਵਿਧੀ, ਇਹ ਘੜੀ ਬਣਾਉਂਦਾ ਹੈ, ਤਰੀਕਾ ਬਣਾ ਦਿੰਦਾ ਹੈ ਕਿ ਸੱਚੇ ਪਾਤਸ਼ਾਹ ਆਪ ਹੀ ਮਿਹਰ ਕਰਦੇ ਨੇ। ਆਪਣੀ ਮਿਹਰ ਦੀ ਛੜੀ ਜਦੋਂ ਰੱਖਦੇ ਨੇ ਤੇ ਫਿਰ ਛੱਜੂ ਵਰਗੇ ਵੀ ਉਹ ਵੀ ਗੀਤਾ ਦੇ ਅਰਥ ਕਰਦੇ ਨੇ ਭਾਈ, ਉਹ ਵੀ ਗੀਤਾ ਦੇ ਸ਼ਲੋਕ ਪੜ੍ਹ ਲੈਂਦੇ ਨੇ। ਹਾਂਜੀ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਪਗਾਤੀ। ਨਾਨਕ ਜਨ ਤੁਮਰੀ ਸ਼ਰਨਾਈ। ਗੁਰੂ ਚੌਥੇ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਦ੍ਰਿੜ ਕਰਾਉਂਦੇ ਨੇ ਕਿ ਦਾਸ ਨਾਨਕ ਤੁਹਾਡੀ ਸ਼ਰਨ ਵਿੱਚ ਹੈ, ਹਰ ਰਾਖੋ ਲਾਜ ਭਗਾਤੀ। ਸੱਚੇ ਪਾਤਸ਼ਾਹ ਆਪਣੇ ਦਰ ਦਾ ਭਗਤ ਜਾਣ ਕੇ, ਸੇਵਕ ਜਾਣ ਕੇ ਮੇਰੀ ਇੱਜ਼ਤ ਰੱਖ ਲੈਣੀ। ਹੁਣ ਪੱਤ ਕਿੰਨੇ ਰੱਖਣੀ ਹੈ? ਵਾਹਿਗੁਰੂ ਨੇ। ਲੱਜ ਕਿੰਨੇ ਰੱਖਣੀ ਹੈ? ਵਾਹਿਗੁਰੂ ਨੇ। ਸਾਰੀ ਬਖਸ਼ਿਸ਼ ਉਹਦੀ ਹੈ। ਔਰ ਇਹ ਗੱਲ ਸਾਨੂੰ ਬਾਰ-ਬਾਰ ਗੁਰਬਾਣੀ ਨੇ ਸਮਝਾਈ ਹੈ ਕਿ ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਜਿਹਦੀ ਪਤ ਵਾਹਿਗੁਰੂ ਰੱਖਦਾ ਹੈ, ਉਹਦੀ ਇੱਜ਼ਤ ਦੁਨੀਆ ਵਿੱਚ ਕੋਈ ਨਹੀਂ ਰੋਲ ਸਕਦਾ। ਬੜੀਆਂ ਉਦਾਹਰਨਾਂ, ਬੜੇ ਮੁਹਾਵਰੇ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਰਾਹੀਂ ਸਮਝਾਏ ਨੇ। ਬੜੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨੇ। ਸਤਿਗੁਰੂ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਜਿਤਨਾ ਸਮਾਂ ਬਾਕੀ ਹੈ, ਜੋ ਅੱਜ ਮਹਾਨ ਪਵਿੱਤਰ ਦਿਹਾੜਾ ਹੈ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦਾ ਜਨਮ 1619 ਵਿੱਚ ਹੋਇਆ, ਔਰ ਉਹਨਾਂ ਦਾ ਜਿਹੜਾ ਸੱਚਖੰਡ ਪਿਆਨਾ ਹੈ ਉਹ 1628 ਵਿੱਚ ਹੋਇਆ। ਇਹਦਾ ਅਰਥ ਹੈ ਕਿ ਉਹਨਾਂ ਦੀ ਜਿਹੜੀ ਕੁੱਲ ਆਜੂ ਹੈ ਉਹ 9 ਸਾਲ ਹੈ। ਜਿਹੜੀ ਗੱਲ ਮੈਂ
ਮਹਾਨ ਕੋਸ਼ ਵਿੱਚ ਪੜ੍ਹੀ। ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਜਿਹੜਾ ਉਹਦਾ ਜ਼ਿਕਰ ਕੀਤਾ ਹੈ ਕਿ ਤਕਰੀਬਨ ਉਹਨਾਂ ਦੇ ਸੱਚਖੰਡ ਪਿਆਨੇ ਤੋਂ 1.5 ਸਾਲ ਬਾਅਦ 1628 ਤੋਂ ਬਾਅਦ 1778 ਵਿੱਚ ਇਹ ਅਸਥਾਨ ਜਿਹੜਾ ਹੈ ਬਾਬਾ ਅਟਲ ਰਾਏ ਜੀ ਦਾ, ਇਹ ਕੁਝ ਪ੍ਰੇਮੀ ਗੁਰਸਿੱਖਾਂ ਨੇ ਬਣਾਇਆ। ਔਰ ਇੱਥੇ ਫਿਰ ਭਾਈ ਜੋਧ ਸਿੰਘ ਰਾਮਗੜੀਆ ਕਰਕੇ ਜ਼ਿਕਰ ਆਉਂਦਾ ਹੈ, ਉਹਨਾਂ ਨੇ ਫਿਰ 6 ਸਾਲਾਂ ਬਾਅਦ 1778 ਤੋਂ ਬਾਅਦ 1784 ਵਿੱਚ ਫਿਰ ਇਹਦੀਆਂ ਕੁਝ ਮੰਜ਼ਲਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ। ਔਰ ਇਹਦੀ 9 ਮੰਜ਼ਲ ਇਸ ਨੂੰ ਬਣਾਇਆ ਗਿਆ। ਇਹ ਭਾਵਨਾ ਸੀ ਕਿ ਉਹਨਾਂ ਦੀ ਆਜੂ 9 ਸਾਲ ਸੀ ਤੇ ਇਹਦੇ ਜਿਹੜੇ ਮੰਜ਼ਲਾਂ ਨੇ ਉਹ ਵੀ 9 ਬਣਾਈਆਂ ਜਾਣ। ਬਾਬਾ ਅਟਲ ਰਾਏ ਜੀ ਦੀ ਜਿਹੜੀ ਕਥਾ ਆਉਂਦੀ ਹੈ ਕਿ ਬੜੇ ਛੋਟੇ ਜਿਹੇ ਸਨ ਤੇ ਬੱਚਿਆਂ ਦੇ ਨਾਲ ਖੇਡਦੇ ਨੇ, ਤੇ ਖੇਡਦੇ ਖੇਡਦੇ ਜਦੋਂ ਸ਼ਾਮਾਂ ਪਈਆਂ ਤੇ ਜਿਵੇਂ ਬਾਕੀ ਬੱਚੇ ਆਪਣੇ ਘਰਾਂ ਨੂੰ ਗਏ, ਬਾਬਾ ਅਟਲ ਰਾਏ ਜੀ ਵੀ ਆਪਣੇ ਘਰ ਆ ਗਏ। ਸਵੇਰ ਹੋਈ ਤੇ ਫਿਰ ਖੇਡਣ ਲਈ ਜਦੋਂ ਪਹੁੰਚੇ ਨੇ ਤੇ ਉੱਥੇ ਕੀ ਵੇਖਿਆ ਕਿ ਇੱਕ ਮੋਹਨ ਨਾਂ ਦਾ ਬੱਚਾ ਜਿਹੜਾ ਹੈ, ਜਿਹਦੇ ਸਿਰ ਤੇ ਵਾਰੀ ਸੀ, ਇਹਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ ਸੀਂਡ ਲਿਖਿਆ ਕਿ ਉਹਨਾਂ ਦੇ ਸਿਰ ਵਾਰੀ ਸੀ। ਵੀ ਜਦੋਂ ਖੇਡ ਖਤਮ ਹੋਈ ਤਾਂ ਜਿਵੇਂ ਬੱਚੇ ਇੱਕ ਦੂਜੇ ਦੇ ਸਿਰ ਵਾਰੀ ਚੜਾਉਂਦੇ ਨੇ ਵੀ ਅੱਗੋਂ ਹੁਣ ਤੇਰੀ ਵਾਰੀ ਹੈ, ਤੇ ਉਹ ਬੱਚੇ ਦੇ ਸਿਰ ਵਾਰੀ ਸੀ ਤੇ ਉਹ ਆਇਆ ਨਹੀਂ। ਤੇ ਬੱਚਿਆਂ ਨੇ ਆਪਸ ਵਿੱਚ ਗੱਲ ਕੀਤੀ ਵੀ ਆ ਹੁਣ ਵਾਰੀ ਆਪਣੀ ਸੀ ਤੇ ਵਾਰੀ ਦੇਣ ਦਾ ਮਾਰਾ ਨਹੀਂ ਆਇਆ। ਤੇ ਬਾਬਾ ਅਟਲ ਰਾਏ ਜੀ ਨੇ ਆਪਣੇ ਸਾਥੀ ਬੱਚੇ ਨੂੰ ਭੇਜਿਆ ਵੀ ਜਾਓ ਬੁਲਾਓ ਮੋਹਨ ਨੂੰ, ਉਹਨੂੰ ਕੋ ਆ ਕੇ ਭਾਈ ਵਾਰੀ ਦੇ। ਤੇ ਉਹਨੇ ਆ ਕੇ ਵਾਪਸ ਦੱਸਿਆ ਵੀ ਬਾਬਾ ਜੀ ਉਹ ਤੇ ਬੱਚਾ ਰਾਤੀ ਮਰ ਗਿਆ, ਸੱਪ ਲੜਿਆ, ਬੱਚੇ ਦੀ ਮੌਤ ਹੋ ਗਈ ਹੈ। ਤੇ ਉਹਨਾਂ ਦੇ ਘਰ ਦੇ ਵਿੱਚ ਤੇ ਕੁਰਲਾਟ ਪਿਆ ਹੋਇਆ, ਉਹ ਤਾਂ ਲੋਕ ਰੋ ਰਹੇ ਨੇ ਘਰ ਦੇ ਵਿੱਚ, ਮਾਂ ਪਿਓ ਸਖੇ ਸੰਬੰਧੀ ਰਿਸ਼ਤੇਦਾਰ। ਬਾਬਾ ਜੀ ਆਪ ਗਏ ਤੇ ਕਹਿਣ ਲੱਗੇ ਭਾਈ ਕਿੱਥੇ ਹੈ ਮੋਹਨ? ਉਹ ਕਹਿੰਦੇ ਬਾਬਾ ਜੀ ਆ ਮਰਿਆ ਪਿਆ। ਕਹਿੰਦੇ ਨੇ ਤੇ ਸਾਡੀ ਵਾਰੀ ਦੇਣੀ ਸੀ। ਹੁਣ ਉੱਥੇ ਪਰਿਵਾਰ ਨੇ ਵੀ ਬੇਨਤੀਆਂ ਕੀਤੀਆਂ, ਤਰਲੇ ਕੀਤੇ ਵੀ ਤੁਸੀਂ ਗੁਰੂ ਪੁੱਤਰ ਹੋ, ਤੁਹਾਡੇ ਤੇ ਕਿਰਪਾ ਹੈ, ਤੁਸੀਂ ਚਾਹੋ ਤੇ ਤੁਹਾਡੀ ਵਾਰੀ ਵੀ ਮਿਲ ਸਕਦੀ ਹੈ ਤੇ ਸਾਨੂੰ ਪੁੱਤਰ ਵੀ ਵਾਪਸ ਮਿਲ ਸਕਦਾ ਹੈ। ਤਾਂ ਇਤਿਹਾਸ ਨੇ ਇਹ ਲਿਖਿਆ ਕਿ ਬਾਬਾ ਜੀ ਆਪਣੇ ਹੱਥ ਵਿੱਚ ਇੱਕ ਛੋਟੀ ਜਿਹੀ ਖੂੰਡੀ ਰੱਖਦੇ ਸੀ ਤੇ ਉਹਨਾਂ ਨੇ ਖੂੰਡੀ ਦੇ ਨਾਲ ਉਸ ਬੱਚੇ ਦੀ ਗਰਦਨ ਨੂੰ ਲਾ ਕੇ ਆਖਿਆ ਉੱਠ ਬਈ ਵਾਰੀ ਦੇ। ਤਾਂ ਇਤਿਹਾਸ ਦੇ ਪੱਤਰੇ ਕਹਿੰਦੇ ਨੇ ਕਿ ਉਹ ਬੱਚਾ ਜੀਵਤ ਹੋ ਗਿਆ, ਬੱਚਾ ਉੱਠਿਆ, ਪਰਿਵਾਰ ਵਿੱਚ ਖੁਸ਼ੀਆਂ ਹੋ ਗਈਆਂ। ਉਹ ਜਿਹੜਾ ਸੀ ਰੋਣਾ ਕਰਲਾਉਣਾ ਸੀ ਉਹ ਵਧਾਈਆਂ ਵਿੱਚ ਬਦਲ ਗਿਆ। ਹੁਣ ਇਹ ਸ਼ੋਭਾ, ਇਹ ਕੀਰਤੀ ਪੂਰੀ ਇਸ ਗੁਰੂ ਕੀ ਨਗਰੀ ਵਿੱਚ ਫੈਲ ਗਈ, ਗੁਰੂ ਮਹਿਲਾਂ ਤੱਕ ਵੀ ਗਈ, ਗੁਰੂ ਮਾਤਾਵਾਂ ਕੋਲ ਵੀ ਇਹ ਆਵਾਜ਼ ਗਈ ਕਿ ਅੱਜ ਬਾਬਾ ਅਟਲ ਰਾਏ ਜੀ ਨੇ ਬਹੁਤ ਵੱਡੀ ਕਰਾਮਾਤ ਵਿਖਾਈ ਹੈ ਕਿ ਇੱਕ ਬੱਚੇ ਮੋਹਨ ਨੂੰ ਜਿਉਂਦਾ ਕਰ ਦਿੱਤਾ ਹੈ। ਉੱਥੇ ਵੀ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਹੈ ਉਹ 1608 ਵਿੱਚ ਹੋ ਚੁੱਕੀ ਹੈ। ਇਹ ਘਟਨਾ 28 ਦੀ ਹੈ। ਅਕਾਲ ਤਖਤ ਸਾਹਿਬ ਬਣਨ ਤੋਂ ਤਕਰੀਬਨ 20 ਸਾਲ ਬਾਅਦ ਇਹ ਘਟਨਾ ਹੋਈ ਹੈ। 11 ਸਾਲਾਂ ਬਾਅਦ ਤੇ ਬਾਬਾ ਅਟਲ ਰਾਏ ਜੀ ਦਾ ਜਨਮ ਹੀ ਇਤਿਹਾਸ ਦੱਸਦਾ ਹੈ। 9 ਸਾਲ ਉਹਨਾਂ ਦੀ ਆਜੂ ਵੀ ਹੈ। ਜਦੋਂ ਇੱਥੇ ਗੱਲ ਹੋਈ ਤੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ।
ਔਰ ਉਹਦੇ ਜਿਹੜੇ ਲੌਜਿਕ ਦਿੱਤੇ ਗਏ, ਦਲੀਲਾਂ ਦਿੱਤੀਆਂ ਗਈਆਂ, ਜਿਹੜਾ ਇਤਿਹਾਸ ਦੇ ਪੱਤਰਿਆਂ ਵਿੱਚ ਲਿਖਿਆ ਗਿਆ, ਉਹ ਗੱਲਾਂ ਬੜੀਆਂ ਸਮਝਣ ਵਾਲੀਆਂ ਨੇ। ਆਪਾਂ ਨਾ ਸਿਰਫ ਇੱਕ ਪੱਖ ਹੀ ਜਾਣਦੇ ਆ ਵੀ ਨਹੀਂ ਜੀ ਇਹਦੇ ਨਾਲ ਬੰਦਾ ਰੱਬ ਦਾ ਸ਼ਰੀਕ ਬਣ ਜਾਂਦਾ ਹੈ। ਇਹਦੇ 'ਚ ਕੋਈ ਅਤਕਥਨੀ ਨਹੀਂ ਹੈ ਕਿ ਕੋਈ ਵੀ ਵਿਅਕਤੀ ਰੱਬ ਦੀ ਬਰਾਬਰੀ ਕਰੇਗਾ ਤਾਂ ਉਹਨੂੰ ਸ਼ਰੀਕ ਮੰਨਿਆ ਜਾਏਗਾ। ਪਰ ਉਹਦੇ ਵਿੱਚ ਜਿਹੜੀਆਂ ਦਲੀਲਾਂ ਮੈਂ ਪੜ੍ਹੀਆਂ ਉਹ ਬਾ ਕਮਾਲ ਸੀਗੀਆਂ। ਗੁਰੂ ਸਾਹਿਬ ਦੇ ਮਨ ਦੀ ਜਿਹੜੀ ਉਸ ਅਵਸਥਾ ਨੂੰ ਭਾਈ ਸੰਤੋਖ ਸਿੰਘ ਨੇ ਲਿਖਿਆ, ਉਹ ਕਹਿੰਦੇ ਵੀ ਇਹ ਪੁੱਤਰ ਨੇ ਕੀਤਾ ਕੀ ਹੈ। ਅੱਜ ਤੋਂ ਬਾਅਦ ਅਗਰ ਕੋਈ ਹਾਕਮ ਮਰੇਗਾ, ਹਾਕਮ ਦਾ ਪੁੱਤਰ ਮਰੇਗਾ, ਤੇ ਉਹ ਤੇ ਆਪਣਾ ਮਰਿਆ ਜੀ ਲੈ ਕੇ ਆ ਜਾ ਕਰਨਗੇ। ਪਹਿਲਾਂ ਉਹ ਹੱਥ ਜੋੜਨਗੇ ਕਿ ਮਹਾਰਾਜ ਜੀ ਸਾਡਾ ਬੱਚਾ ਜਿਉਂਦਾ ਕਰੋ। ਜਦੋਂ ਨਹੀਂ ਅਸੀਂ ਮੰਨਾਂਗੇ ਫਿਰ ਉਹ ਸਾਨੂੰ ਆਪਣੀ ਤੜੀ ਵੀ ਵਿਖਾਉਣਗੇ ਵੀ ਤੁਸੀਂ ਕੌਣ ਹੁੰਦੇ ਸਾਡਾ ਬੱਚਾ ਨਾ ਜਿਉਂਦਾ ਕਰਨ ਵਾਲੇ। ਇਹ ਗੱਲਾਂ ਜਿਹੜੀਆਂ ਅੱਜ ਵੀ ਜਿਹੜੇ ਤਾਂਤਰਿਕ ਲੋਕ ਨੇ ਉਹਨਾਂ ਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ। ਖਾਸ ਕਰਕੇ ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਕਿ ਇਸ ਤੋਂ ਵੱਡੀ ਕਿਹੜੀ ਉਦਾਹਰਨ ਹੋ ਸਕਦੀ ਹੈ ਕਿ ਅੱਜ ਕੋਈ ਭੁਲੇਖਾ ਹੈ ਸਾਨੂੰ ਕਿ ਬਾਬਾ ਅਟਲ ਰਾਏ ਜੀ ਦਾ ਜੀਵਨ ਕਿੰਨਾ ਮਹਾਨ ਹੋਏਗਾ, ਉਹਨਾਂ ਦੇ ਵਿੱਚ ਰੱਬ ਦੀ ਕਿੱਡੀ ਵੱਡੀ ਅਜ਼ਮਤ ਵਰਤਦੀ ਹੋਏਗੀ। ਅੱਜ ਕਿਹੜਾ ਦੁਨੀਆ ਦਾ ਬੰਦਾ ਜਿਹੜਾ ਕਿਸੇ ਨੂੰ ਧੌਣ ਨੂੰ ਖੁੰਡੀ ਲਾ ਕੇ ਕਵੇ ਉੱਠ ਬਈ ਤੇ ਕੋਈ ਬੰਦਾ ਉੱਠ ਜਾਏ। ਐਸੀ ਉਦਾਹਰਨ ਤੁਹਾਨੂੰ ਧਰਤੀ ਤੇ ਕਿਤੇ ਨਹੀਂ ਮਿਲੇਗੀ। ਕੋਈ ਮਿਲਿਆ ਤੁਹਾਨੂੰ ਜਿਹੜਾ ਬੰਦੇ ਜਿਉਂਦੇ ਕਰਦਾ ਹੋਵੇ? ਤੁਹਾਡੇ ਗੁਰੂ ਦਾ ਪੁੱਤਰ ਹੈਗਾ ਬਾਬਾ ਅਟਲ ਰਾਏ, ਉਹ ਕਰ ਸਕਦਾ ਹੈ, ਉਹਨੇ ਕੀਤਾ ਹੈ। ਪਰ ਉਸ ਏਡੀ ਵੱਡੀ ਅਜ਼ਮਤ ਨੂੰ ਵੀ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਫਿਰ ਆਪਣੇ ਪੁੱਤਰ ਨੂੰ ਹੀ ਫੈਸਲਾ ਦੇ ਦਿੱਤਾ, ਆਖਿਆ ਪੁੱਤਰ ਹੁਣ ਇਹ ਦੱਸ ਵੀ ਤੂੰ ਰਹਿਣਾ ਹੈ ਕਿ ਅਸੀਂ ਰਹਿਣਾ ਹੈ। ਤੇ ਇਤਿਹਾਸ ਇਹ ਕਹਿੰਦਾ ਕਿ ਬਾਬਾ ਅਟਲ ਰਾਏ ਜੀ ਘਰੋਂ ਵਾਪਸ ਆਏ ਨੇ ਤੇ ਇਸ ਕੌਲਸਰ ਦੇ ਅਸਥਾਨ ਤੋਂ ਆ ਕੇ ਇਸ਼ਨਾਨ ਕੀਤਾ, ਇਹਦੇ ਕਿਨਾਰੇ ਤੇ ਆਪਣਾ ਸਰੀਰ ਤਿਆਗ ਦਿੱਤਾ। ਔਰ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ। ਹੁਣ ਇਹਨੂੰ ਤੁਸੀਂ ਕਿਹੜੇ ਰੂਪ 'ਚ ਲੈਣਾ ਹੈ ਇਹ ਤੁਹਾਡੀ ਮਰਜ਼ੀ ਹੈ। ਮੈਨੂੰ ਵੀ ਸਵੇਰੇ ਵੀ ਵੀਰ ਜੀ ਕਹਿ ਰਹੇ ਸੀ ਕਿ ਨਹੀਂ ਉਸ ਵੇਲੇ ਕਿਹਾ ਗਿਆ ਸੀ ਵੀ ਇਸ ਤੋਂ ਵੱਡੀ ਕੋਈ ਅੰਮ੍ਰਿਤਸਰ ਵਿੱਚ ਇਮਾਰਤ ਨਹੀਂ ਹੋਏਗੀ। ਮੈਂ ਕਿਹਾ ਇਹ ਗੱਲਾਂ ਭਾਵਨਾ ਦੀਆਂ ਹੁੰਦੀਆਂ ਨੇ। ਹਾਂ, ਇੱਕ ਚੀਜ਼ ਜ਼ਰੂਰ ਸੀ ਸਾਡੇ ਪੁਰਾਣੇ ਗੁਰਸਿੱਖਾਂ ਵਿੱਚ ਕਿ ਉਹ ਜਦੋਂ ਵੀ ਆਪਣਾ ਕੋਈ ਘਰ ਬਣਾਉਂਦਾ ਸੀ ਤੇ ਉਹ ਇਹ ਗੱਲ ਦਾ ਧਿਆਨ ਕਰਦਾ ਸੀ ਕਿ ਮੇਰਾ ਘਰ ਬਾਬੇ ਅਟਲ ਦੇ ਘਰ ਤੋਂ ਉੱਚਾ ਨਹੀਂ ਹੋ ਸਕਦਾ। ਇਹਨੂੰ ਭਾਵਨਾ ਨਾਲ ਜੋੜਨਾ ਚਾਹੀਦਾ, ਆਪਾਂ ਰਿਸਪੈਕਟ ਨਾਲ ਜੋੜਨਾ ਚਾਹੀਦਾ ਕਿ ਆਪਣੇ ਅੰਦਰ ਜਿਵੇਂ ਹੁਣ ਆਪਾਂ ਜਿੰਨਾ ਕੁਝ ਸੱਚੇ ਪਾਤਸ਼ਾਹ ਦੇ ਘਰ ਆਉਣ ਲੱਗਿਆਂ ਕਰਦੇ ਆ, ਉਹਦੇ ਵਿੱਚ ਬੜੀਆਂ ਗੱਲਾਂ ਨੇ ਜਿਨ੍ਹਾਂ ਗੱਲਾਂ ਦਾ ਕੋਈ ਲਿਖਤੀ ਕਿਤੇ ਵੀ ਵਰਣਨ ਨਹੀਂ ਹੈਗਾ। ਜਿਵੇਂ ਅੱਜ ਕੱਲ੍ਹ ਤੁਸੀਂ ਵੇਖਿਆ ਹੋਣਾ ਉਹ ਬੱਚੇ ਨਿਕਰਾਂ ਪਾ ਕੇ ਤੁਰੇ ਆਉਂਦੇ ਨੇ, ਜੇ ਅਸੀਂ ਰੋਕਦੇ ਪਤਾ ਕੀ ਕਹਿੰਦੇ, ਕਿੱਥੇ ਲਿਖਿਆ ਹੈ? ਹੁਣ ਦੱਸੋ ਤੈਨੂੰ ਕਿੱਥੇ ਲਿਖਿਆ ਵਿਖਾਈਏ ਬਈ। ਉਹ ਇੱਕ ਬੱਚਾ ਸੀ, ਉਹ ਕਹਿਣ ਲੱਗਾ ਜੀ ਅਸੀਂ ਤੇ ਮੰਦਿਰ ਜਾਂਦੇ ਆ, ਅਸੀਂ ਤੇ ਇੱਦਾਂ ਹੀ ਜਾਂਦੇ ਆ। ਤੇ ਮੈਂ ਕਿਹਾ ਭਾਈ ਮੰਦਿਰ 'ਚ ਤੇ ਫਿਰ ਨਾਗੇ ਸਾਧੂਆਂ ਦੀਆਂ ਮੂਰਤੀਆਂ ਵੀ ਹੁੰਦੀਆਂ, ਫਿਰ ਤੁਸੀਂ ਉੱਦਾਂ ਵੀ ਚੱਲ ਜਾਇਆ ਕਰੋ, ਸਾਨੂੰ ਕੀ ਇਤਰਾਜ਼ ਹੈ? ਸਾਨੂੰ ਕੀ ਇਤਰਾਜ਼ ਹੈ? ਪਰ ਇਹ ਗੱਲਾਂ ਇਹਨੂੰ ਕਹਿੰਦੇ ਨੇ ਗੁਰਮਤ ਸਾਚੀ ਹੁਜਤ ਦੂਰ। ਇਹ ਹੁਜਤ ਸਾਨੂੰ ਨਹੀਂ ਕਰਨੀ ਚਾਹੀਦੀ। ਮੰਦਿਰ ਜਾਓ, ਮਸਜਿਦ ਜਾਓ, ਚਰਚ ਜਾਓ, ਜਿਨ੍ਹਾਂ ਥਾਵਾਂ ਨੂੰ ਰੱਬ ਦੇ ਘਰ ਮੰਨ ਲਿਆ ਗਿਆ ਹੈ ਉੱਥੇ ਰੱਬ ਦੀ ਭਾਉ ਭਾਵਨੀ ਨਾਲ ਜਾਓ। ਉੱਥੇ ਐਸੀਆਂ ਗੱਲਾਂ ਕਰਨੀਆਂ ਸ਼ੋਭਨੀਕ ਨਹੀਂ। ਕੋਈ ਸਾਧੂ, ਕੋਈ ਸੰਤ, ਕੋਈ ਭੇ, ਕੋਈ ਮਹਾਪੁਰਖ ਕਿਸ ਤਰ੍ਹਾਂ ਸੰਸਾਰ ਮਹਾਤਮਾਵਾਂ ਦੀ ਥਾਂ ਤੇ ਵੀ ਜੇ ਕੋਈ ਜਾਵੇ ਤੇ ਉਹਨੂੰ ਵੀ ਅਦਬ ਨਾਲ ਜਾਣਾ ਚਾਹੀਦਾ, ਸਨਮਾਨ ਨਾਲ ਜਾਣਾ ਚਾਹੀਦਾ। ਪਤਾ ਨਹੀਂ ਉਹ ਕਿਸ ਰੰਗ ਦੇ ਵਿੱਚ ਰੰਗੀਆਂ ਰੂਹਾਂ ਕਿੱਦਾਂ ਉਹ ਵਿਚਰੀਆਂ ਹੋਣਗੀਆਂ ਸੰਸਾਰ ਵਿੱਚ। ਪਰ ਜਿਹੜਾ ਸਾਨੂੰ ਸਿੱਖਣਾ ਚਾਹੀਦਾ, ਮੈਂ ਫਿਰ ਬੇਨਤੀ ਕਰਾਂ, ਹਰ ਚੀਜ਼ ਲਿਖਤ ਵਿੱਚ ਨਹੀਂ ਹੈ, ਹਰ ਚੀਜ਼ ਤੁਹਾਡੇ ਅਦਬ ਦੇ ਵਿੱਚ ਹੈ। ਬਸ ਇਹ ਸਮਝ ਲੈਣਾ। ਜਿਹੜਾ ਸਿੱਖੀ ਦਾ ਇਹ ਪਾਠ ਹੈ ਨਾ ਕਿ ਜਿਨ ਮਨ ਭਾਉ ਕਰੋ ਕਿਰਪਾ, ਜਿਨ ਮਨ ਭਾਉ ਤਿਨਾ ਮਨ ਭਾਉ। ਜਿਹਦੇ ਅੰਦਰ ਅਦਬ ਨਹੀਂ ਚੇਤਾ ਰੱਖਣਾ,
ਉਹਦੇ ਅੰਦਰ ਪਿਆਰ ਨਹੀਂ ਹੈ। ਬੇਅਦਬ ਬੰਦਾ ਮਤ ਢੋਂਗ ਕਰੇ ਕਿ ਮੈਂ ਗੁਰੂ ਨੂੰ ਪਿਆਰ ਕਰਦਾ। ਜੇ ਤੂੰ ਗੁਰੂ ਨੂੰ ਪਿਆਰ ਕਰਦਾ ਹੋਵੇਂ ਤੇ ਪਿਆਰ ਦੀ ਪਹਿਲੀ ਪੌੜੀ ਹੈ ਉਹ ਹੈ ਅਦਬ। ਜਿਹੜਾ ਆਪਣੇ ਮਾਂ ਪਿਓ ਨੂੰ ਮੱਥਾ ਹੀ ਨਹੀਂ ਟੇਕਦਾ, ਉੱਠ ਕੇ ਸਵੇਰੇ ਗੋਡੀ ਹੱਥ ਨਹੀਂ ਲਾਉਂਦਾ, 2 ਮਿੰਟ ਜਾ ਕੇ ਉਹਨਾਂ ਦੇ ਕੋਲ ਨਹੀਂ ਬੈਠਦਾ, ਤੁਸੀਂ ਕੀ ਸੋਚਦੇ ਵੀ ਉਹ ਆਪਣੇ ਮਾਂ ਪਿਓ ਨੂੰ ਪਿਆਰ ਕਰਦਾ ਹੋਏਗਾ? ਨਾ, ਉਹ ਪਿਆਰ ਨਹੀਂ ਕਰਦਾ। ਹੋ ਸਕਦਾ ਪੈਸੇ ਦੇ ਪ੍ਰੈਸ਼ਰ ਵਿੱਚ ਉਹ ਉਹਦਾ ਰੱਖ ਰਖਾਵ ਤੇ ਜ਼ਰੂਰ ਕਰਦਾ ਹੋਵੇ, ਵੀ ਉਹਨੂੰ ਕੋਈ ਨੌਕਰ ਰੱਖਦਾ, ਕੋਈ ਨਰਸ ਰੱਖਤੀ, ਕੋਈ ਡਾਕਟਰ ਰੱਖਤਾ, ਕੋਈ ਉਹਨਾਂ ਨੂੰ ਮੇਡ ਰੱਖ ਦਿੱਤੀ। ਇੱਕ ਬਹੁਤ ਵੱਡਾ ਧਨਾੜ ਆਦਮੀ, ਮੈਂ ਉਹਨੂੰ ਪੁੱਛਿਆ, ਮੈਨੂੰ ਕਹਿੰਦਾ ਗਿਆਨੀ ਜੀ ਮੇਰੇ 2 ਘੰਟੇ ਸਵੇਰੇ ਮਾਂ ਦੇ ਕਮਰੇ 'ਚ ਲੱਗਦੇ ਨੇ। ਮੈਂ ਕੀ ਕਰਦਾ ਹੈ? ਕਹਿੰਦਾ ਮੈਂ ਆਪਣੇ ਮਾਂ ਦੇ ਕਮਰੇ ਦੀ ਸਫਾਈ ਕਰਦਾ। ਮੈਂ ਸਾਰੇ ਨੌਕਰ ਹਟਾ ਦਿੱਤੇ ਨੇ, ਮੇਰੀ ਸਾਰੀ ਕੋਠੀ 'ਚ ਨੌਕਰ ਕੰਮ ਕਰਦੇ ਨੇ, ਪਰ ਮੇਰੀ ਮਾਂ ਦੇ ਕਮਰੇ ਦੀ ਚਾਦਰ, ਸਰਾਣਾ, ਉਹਨਾਂ ਦਾ ਬਾਥਰੂਮ ਸਾਫ਼ ਕਰਨਾ ਆਪਣੇ ਹੱਥੀਂ ਕਰਨਾ ਹੈ, ਹਰ ਚੀਜ਼। ਹੁਣ ਇਹਨੂੰ ਕਹਿੰਦੇ ਨੇ, ਆਪਾਂ ਕਹਿ ਸਕਦੇ ਹਾਂ ਕਿ ਉਹ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ, ਪਿਆਰ ਕਰਦਾ ਹੈ ਤੇ ਮਾਂ ਦੇ ਕਮਰੇ ਦਾ ਜਾ ਕੇ ਉਹ ਇਹ ਸਾਰਾ ਕਾਰਜ ਵੀ ਕਰਦਾ ਹੈ। ਸੋ ਇਸ ਕਰਕੇ ਜਿਨ੍ਹਾਂ ਦੇ ਅੰਦਰ ਅਦਬ ਹੀ ਨਹੀਂ ਆਇਆ, ਮਤ ਸੋਚਣਾ ਕਿ ਉਹ ਗੁਰੂ ਨੂੰ ਪਿਆਰ ਕਰਨ ਵਾਲੇ ਨੇ। ਤੇ ਜੇ ਪਿਆਰ ਹੀ ਨਹੀਂ ਹੈ ਤਾਂ ਫਿਰ ਇਹ ਚੇਤਾ ਰੱਖਣਾ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤਾਂ ਗੁਰੂ ਦਾ ਅਦਬ ਸਾਡੇ ਵਿੱਚ ਆਵੇ। ਸਾਡੇ ਵਿੱਚ ਇਹਨਾਂ ਕਰਾਮਾਤਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਹ ਰਿੱਧ ਸਿੱਧ ਅਵਰਾ ਸਾਧ ਦਾ ਨਾਂ ਦੇ ਕੇ ਸਤਿਗੁਰੂ ਨੇ ਇਸ ਨੂੰ ਪ੍ਰਵਾਨਿਆ ਨਹੀਂ। ਇੱਥੋਂ ਤੱਕ ਕਿ ਆਪਣੇ ਪੁੱਤਰਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ। ਜੇ ਉਹਨਾਂ ਨੇ ਕਿਤੇ ਦੁਨਿਆਵੀ ਤੌਰ 'ਤੇ ਉਸ ਅਜ਼ਮਤ ਦੀ ਵਰਤੋਂ ਕੀਤੀ ਹੈ, ਕਿਉਂਕਿ ਸਾਨੂੰ ਇੱਕੋ ਹੀ ਪਾਠ ਪੜ੍ਹਾਇਆ ਗਿਆ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹਨੇ ਸ਼ਬਦਾਂ ਨਾਲ ਦਾਸ ਖਿਮਾ ਦਾ ਜਾਚਕ ਹੈ। ਮੇਰੀਆਂ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਜੀ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ ਹੈ ਆਪਣੀ ਗੋਦ ਵਿੱਚ ਬਿਠਾ ਕੇ ਇਹ 2 ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ ਜੋ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ ਜੋ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ। ਗੁਰੂ ਰਾਮਦਾਸ ਮਹਾਰਾਜ ਆਪ ਕਿਰਪਾ ਕਰਕੇ ਉਹਨਾਂ ਤੋਂ ਆਪਣੇ ਘਰ ਦੀ ਸੇਵਾ ਲੈਣ। ਸੋ ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ 2 ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ। ਆਪੇ ਠਾਕੁਰ ਆਪੇ ਸੇਵਕ, ਆਪ ਬਨਾਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਪਗਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।